ਹੁਣ ਆਪਾਂ ਸਟਾਰਟ ਕਰਨ ਲੱਗੇ ਹਾਂ ਕਲਾਸ 6 ਦਾ ਚੈਪਟਰ ਨੰਬਰ 2 ਦੈਟ ਇਜ਼ ਫਿਜ਼ੀਕਲ ਕੁਆਂਟੀਟੀਜ਼ ਐਂਡ ਮੈਜਰਮੈਂਟ। ਠੀਕ ਹੈ, ਫਿਜ਼ੀਕਲ ਕੁਆਂਟੀਟੀਜ਼ ਐਂਡ ਮੈਜਰਮੈਂਟ ਵਿੱਚ ਸਭ ਤੋਂ ਪਹਿਲਾਂ ਆਪਾਂ ਡੈਫੀਨੇਸ਼ਨਸ ਕਰਾਂਗੇ ਕਿ ਫਿਜ਼ੀਕਲ ਕੁਆਂਟੀਟੀਜ਼ ਕੀ ਹੁੰਦੀਆਂ, ਮੈਜਰਮੈਂਟਸ ਕੀ ਹੁੰਦੇ ਆ, ਆਪਾਂ ਕਿਉਂ ਮੈਜਰਮੈਂਟ ਕਰਦੇ ਹਾਂ ਅਤੇ ਕਿਹੜੀ ਟਰਮ ਨੂੰ ਆਪਾਂ ਮੈਜਰ ਕਰਦੇ ਹਾਂ। ਠੀਕ ਹੈ, ਆਪਾਂ ਸਾਰਾ ਕੁਝ ਕੀ ਹੈ ਚੈਪਟਰ ਨੰਬਰ 2 ਵਿੱਚ ਪੜ੍ਹਾਂਗੇ। ਤਾਂ ਫਸਟ ਆ ਗਿਆ ਆਪਣੇ ਕੋਲ ਵਾਟ ਇਜ਼ ਮੈਜਰਮੈਂਟ, ਕਿ ਮੈਜਰਮੈਂਟ ਹੁੰਦਾ ਕੀ ਹੈ। ਮੈਜਰਮੈਂਟ ਕੀ ਹੁੰਦਾ ਹੈ? ਮੈਜਰਮੈਂਟ ਇਜ਼ ਅ ਕੰਪੈਰੀਜ਼ਨ ਆਫ quantity of unknown magnitude with the standard for the that quantity। ਫॉर एग्जाम्पल ਮੇਰੇ ਕੋਲ ਇੱਕ ਕੀ ਹੈ ਲੈਂਥ ਹੈ, ਇਹ ਵਾਲੀ ਮੇਰੇ ਕੋਲ ਇੱਕ ਲਾਈਨ ਹੈ, ਇਹ ਲਾਈਨ ਨੂੰ ਮੈਂ ਮੈਜਰ ਕਰਨਾ ਹੈ ਕਿ ਲਾਈਨ ਦੀ ਐਕਚੁਅਲੀ ਲੈਂਥ ਕਿੰਨੀ ਹੈ। ਤਾਂ ਮੈਂ ਲਾਈਨ ਨੂੰ ਕਿਵੇਂ ਮੈਜਰ ਕਰੂੰਗੀ? ਮੈਂ ਇੱਕ ਸਕੇਲ ਲਊਂਗੀ, ਸਕੇਲ ਲੈ ਕੇ ਉਹਨੂੰ ਕੀ ਮੈਜਰ ਕਰ ਲੂੰਗੀ ਈਜ਼ੀਲੀ। ਠੀਕ ਹੈ, ਤਾਂ ਇਹ ਵਾਲਾ ਪ੍ਰੋਸੈਸ ਜਿਹਦੇ ਵਿੱਚ ਆਪਾਂ ਕਿਸੇ ਚੀਜ਼ ਨੂੰ ਮੈਜਰ ਕਰਦੇ ਹਾਂ ਬਾਈ ਯੂਜ਼ਿੰਗ ਸਮ ਸਟੈਂਡਰਡ ਥਿੰਗ, ਵੀ ਆਪਾਂ ਕੋਈ ਚੀਜ਼ ਲਈ ਜਿਹਨੂੰ ਆਪਾਂ ਮੈਜਰ ਕਰਨਾ ਹੈ ਉਹਨੂੰ ਆਪਾਂ ਇੱਕ ਉੱਦਾਂ ਦੀ ਸਟੈਂਡਰਡ ਚੀਜ਼ ਲਈ, ਜਿਵੇਂ ਇੱਕ ਸਕੇਲ ਲਿਆ ਵੀ ਉਹਦੇ ਨਾਲ ਆਪਾਂ ਨੂੰ ਕੀ ਹੈ ਕੰਪੇਅਰ ਕਰਾਂਗੇ, ਕੰਪੇਅਰ ਕਰਨ ਦੇ ਆਪਾਂ ਨੂੰ ਵੈਲਿਊ ਆ ਜਾਊਗੀ ਮੈਜਰਮੈਂਟ ਦੀ। ਤਾਂ ਮੈਜਰਮੈਂਟ ਕੀ ਇੱਕ ਕੰਪੈਰੀਜ਼ਨ ਹੈ, ਕੰਪੈਰੀਜ਼ਨ ਕਿਹੜਾ? ਅਨਨੋਨ ਕੁਆਂਟੀਟੀ ਦਾ ਵਿਦ ਸਮ ਫਿਕਸਡ ਸਟੈਂਡਰਡ ਕੁਆਂਟੀਟੀ। ਜਿਵੇਂ ਮੰਨ ਲਓ ਮੇਰੇ ਕੋਲ ਇੱਕ ਮਾਸ ਹੈ, ਮੰਨ ਲਓ ਮੇਰੇ ਕੋਲ ਐਪਲ ਹੈ। ਠੀਕ ਹੈ, ਇਹ ਐਪਲ ਦਾ ਮੈਂ ਮਾਸ ਫਾਈਂਡ ਆਊਟ ਕਰਨਾ ਹੈ, ਤਾਂ ਮਾਸ ਕਿਵੇਂ ਫਾਈਂਡ ਆਊਟ ਕਰੂੰਗੀ? ਜਾਂ ਤਾਂ ਮੈਨੂੰ ਕੋਈ ਮਸ਼ੀਨ ਲੈਣੀ ਪਊਗੀ ਜਾਂ ਮੈਨੂੰ ਇੱਦਾਂ ਦਾ ਕੋਈ ਤਕੜੀ ਵੱਟਾ ਲੈਣਾ ਪਊਗਾ। ਠੀਕ ਹੈ, ਮਤਲਬ ਕੋਈ ਅਨਨੋਨ ਕੁਆਂਟਿਟੀ ਦੀ ਕਿਸੇ ਫਿਕਸਡ ਨੋਨ ਕੁਆਂਟਿਟੀ ਨਾਲ ਜੋ ਆਪਾਂ ਕੰਪੈਰੀਜ਼ਨ ਕਰਦੇ ਹਾਂ, ਕੰਪੈਰੀਜ਼ਨ ਕਰਨ ਦਾ ਮਤਲਬ ਆਪਾਂ ਕੀ ਹੈ ਮੈਜਰਮੈਂਟ ਲੈ ਰਹੇ ਹਾਂ। ਠੀਕ ਹੈ, ਅਤੇ ਹਰੇਕ ਕੰਪੈਰੀਜ਼ਨ ਜਦੋਂ ਆਪਾਂ ਲੈਂਦੇ ਹਾਂ ਉਹਦੇ ਵਿੱਚ ਆਪਣੇ ਕੋਲ 2 ਥਿੰਗਸ ਮੇਨ ਇਨਵੋਲਵ ਹੁੰਦੀ ਹੈ। ਫੋਰ ਐਗਜ਼ਾਮਪਲ ਜਿਹੜਾ ਐਪਲ ਦਾ ਮਾਸ ਸੀ ਉਹ 5 kg ਆ ਗਿਆ, ਐਪਲ ਦਾ ਮਾਸ ਕਿੰਨਾ 5 kg। ਤਾਂ ਕੋਈ ਵੀ ਮੈਜਰਮੈਂਟ ਲਿਖਣ ਲੱਗੇ ਸਭ ਤੋਂ ਪਹਿਲਾਂ ਆਪਾਂ ਨੂੰ ਨੰਬਰ ਲਿਖਣਾ ਪੈਂਦਾ ਹੈ, ਆਹ ਹੁੰਦਾ ਨੰਬਰ, ਮਲਟੀਪਲਾਈ ਬਾਅਦ ਵਿੱਚ ਆਪਾਂ ਨੂੰ ਉਹਦੀ ਯੂਨਿਟ ਲਿਖਣੀ ਪੈਂਦੀ ਹੈ। ਠੀਕ ਹੈ, ਫੋਰ ਐਗਜ਼ਾਮਪਲ 2 ਮੀਟਰ, ਮੰਨ ਲਓ ਲੈਂਥ ਜਿਹੜੀ ਸੀਗੀ ਲਾਈਨ ਦੀ ਉਹ 2 ਮੀਟਰ ਆ ਗਈ ਸੀ, ਤਾਂ 2 ਕੀ ਹੈ ਨੰਬਰ, ਬਾਜੂ ਮੀਟਰ ਕੀ ਹੈ ਯੂਨਿਟ। ਕੋਈ ਵੀ ਮੈਜਰਮੈਂਟ ਲਿਖਣੀ ਹੈ, ਕੋਈ ਵੀ ਚੀਜ਼ ਆਪਾਂ ਲਿਖਣੀ ਹੈ ਮੈਜਰ ਕਰਕੇ, ਉਹਦੇ ਵਿੱਚ ਨੰਬਰ ਅਤੇ ਆ ਜਿਹੜਾ ਹੈਗਾ ਯੂਨਿਟ, ਇਹ ਦੋਨੋਂ ਲਿਖਣੇ ਇੰਪੋਰਟੈਂਟ ਹੈ। ਜੇ ਮੈਂ ਯੂਨਿਟ ਨਾ ਲਿਖਾਂ, ਮੈਂ ਸਿੱਧਾ ਕਹਿ ਦਾਂ 5, ਤਾਂ 5 ਦਾ ਮਤਲਬ ਕੀ 5 ਕਿਲੋਗ੍ਰਾਮ, ਗ੍ਰਾਮ, ਮੀਟਰ, ਸੈਕਿੰਡ, 5 ਕੀ, ਤਾਂ 5 ਮੈਨੂੰ ਕੋਈ ਐਗਜ਼ੈਕਟ ਮਤਲਬ ਦੱਸਦਾ ਪਿਆ ਨਾ। ਜੇ ਮੈਂ 5 ਦੇ ਪਿੱਛੇ kg ਪਾਤਾ ਤਾਂ ਮੈਨੂੰ ਦਿਖ ਰਿਹਾ ਕਿ 5 kg ਮਤਲਬ ਮਾਸ ਹੋਊਗਾ, ਕਿਸ ਚੀਜ਼ ਦਾ ਭਾਰ ਹੋਊਗਾ। ਜੇ ਮੈਂ 5 ਸੈਕਿੰਡ ਕਹਿਤਾ, 5 ਸੈਕਿੰਡ ਦਾ ਮਤਲਬ ਮੈਨੂੰ ਦਿਖ ਰਿਹਾ ਮੈਂ ਕਿਸ ਚੀਜ਼ ਦਾ ਟਾਈਮ ਕਹਿ ਰਹੀ ਹਾਂ। ਜੇ ਮੈਂ 5 ਮੀਟਰ ਕਹਿਤਾ, 5 ਮੀਟਰ ਮਤਲਬ ਮੈਂ ਲੈਂਥ ਲੈ ਰਹੀ ਹਾਂ ਕਿਸੇ ਦੀ। ਤਾਂ ਉਵੇਂ ਇਹ ਕੀ ਹੈ ਆਪਾਂ ਨੂੰ ਨੂਮੈਰੀਕਲ ਵੈਲਿਊ ਅਤੇ ਯੂਨਿਟ ਦੋਨੋਂ ਹੀ ਲਿਖਣ ਦੀ ਲੋੜ ਹੁੰਦੀ ਹੈ। ਠੀਕ ਹੈ, ਨੈਕਸਟ ਆ ਗਿਆ ਨੀਡ ਫॉर ਮੈਜਰਮੈਂਟ। ਹੁਣ ਜਿਹੜਾ ਕੁਝ ਵੀ ਮੈਜਰ ਕਰਦੇ ਫਿਰਦੇ ਇਹਨਾਂ ਨੂੰ ਮੈਜਰ ਕਰਨ ਦੀ ਲੋੜ ਕੀ ਹੈ। ਠੀਕ ਹੈ, ਆਪਾਂ ਜਿੰਨਾ ਟਾਈਮ ਕਿਸੇ ਚੀਜ਼ ਨੂੰ ਮੈਜਰ ਨਹੀਂ ਕਰਦੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਸ ਆਬਜੈਕਟ ਦੀ ਲੈਂਥ ਕਿੰਨੀ ਹੈ। ਮੈਨੂੰ ਇਹ ਦੇਖਣ ਦੇ ਪਤਾ ਨਹੀਂ ਲੱਗ ਰਿਹਾ ਨਾ ਲੈਂਥ ਕਿੰਨੀ ਹੋਊਗੀ, ਜਾਂ ਇਸ ਲਾਈਨ ਦਾ ਮਾਸ ਕਿੰਨਾ ਹੋਊਗਾ, ਮੈਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ। ਮਤਲਬ ਕੋਈ ਵੀ ਚੀਜ਼ ਨੂੰ ਦੇਖਣ 'ਤੇ ਨਹੀਂ ਸਮਝ ਆਉਂਦਾ ਹੁੰਦਾ ਕਿ ਉਹ ਚੀਜ਼ ਕਿੰਨੀ ਲੈਂਥ ਦੀ ਹੋਊਗੀ, ਕਿੰਨੀ ਮਾਸ ਦੀ ਹੋਊਗੀ, ਕਿੰਨੇ ਏਰੀਆ ਦੀ ਹੋਊਗੀ। ਤਾਂ ਆਪਣੀ ਜੇ ਆਪਾਂ ਜੱਜਮੈਂਟ ਕਰ ਵੀ ਲਈ ਕਿ ਮੰਨ ਲਓ ਮੈਂ ਕਹਿ ਤਾ ਕਿ ਆਹ 2 ਸੈਂਟੀਮੀਟਰ ਦੀ ਲੱਗਦੀ ਹੈ, ਬਟ ਜੇ ਮੈਂ ਐਗਜ਼ੈਕਟਲੀ ਕੀਤਾ ਤਾਂ 2.5 ਸੈਂਟੀਮੀਟਰ ਆ ਗਈ, ਤਾਂ ਮੇਰੀ ਜੱਜਮੈਂਟ ਰੋਂਗ ਹੋ ਗਈ ਨਾ। ਤਾਂ ਆਪਾਂ ਨੂੰ ਇੱਕ ਐਕੂਰੇਟ ਵੈਲਿਊ ਲੈਣ ਲਈ, ਇੱਕ ਸਹੀ ਵੈਲਿਊ ਲੈਣ ਲਈ ਮੈਨੂੰ ਇੱਕ ਮੈਜਰਮੈਂਟ ਕਰਨ ਦੀ ਲੋੜ ਪੈਂਦੀ ਹੈ, ਕਿਉਂਕਿ ਮੇਰੀ ਜੱਜਮੈਂਟ ਕੀ ਹੈ ਕਦੇ ਕਦੇ ਗਲਤ ਵੀ ਜਾ ਸਕਦੀ ਹੈ, ਕਦੇ ਕਦੇ ਕੀ ਗੈਸਿੰਗ ਵਰਕ ਹਮੇਸ਼ਾ ਕੀ ਹੈ ਗਲਤ ਹੁੰਦਾ ਹੈ। ਠੀਕ ਹੈ, ਨੈਕਸਟ ਆ ਗਿਆ ਫਿਜ਼ੀਕਲ ਕੁਆਂਟੀਟੀਜ਼। ਮੈਜਰਮੈਂਟ ਤੱਕ ਤਾਂ ਸਮਝ ਲੱਗ ਗਈ ਹੋਊਗੀ, ਜਦੋਂ ਆਪਾਂ ਕੀ ਹੈ ਕਿਸੇ ਚੀਜ਼ ਨੂੰ ਮੈਜਰ ਕਰਦੇ ਹਾਂ, ਮੈਜਰ ਕਰਦੇ ਕਿਵੇਂ, ਕਿਸੇ ਅਨਨੋਨ ਕੁਆਂਟਿਟੀ ਨੂੰ ਵਿਦ ਸਟੈਂਡਰਡ ਨੋਨ ਕੁਆਂਟਿਟੀ ਨਾਲ ਕੰਪੇਅਰ ਕਰਦੇ ਹਾਂ, ਤਾਂ ਉਹਨੂੰ ਆਪਾਂ ਮੈਜਰਮੈਂਟ ਬੋਲਦੇ ਹਾਂ। ਨੈਕਸਟ ਗੱਲ ਆ ਗਈ ਆਪਣੇ ਕੋਲ ਫਿਜ਼ੀਕਲ ਕੁਆਂਟੀਟੀਜ਼। ਫਿਜ਼ੀਕਲ ਕੁਆਂਟੀਟੀਜ਼ ਦਾ ਮਤਲਬ ਕੀ ਹੈ? ਉੱਦਾਂ ਦੀਆਂ ਕੁਆਂਟੀਟੀਜ਼, ਉੱਦਾਂ ਦੇ ਆਬਜੈਕਟਸ ਜਿਨ੍ਹਾਂ ਨੂੰ ਆਪਾਂ ਮੈਜਰ ਕਰ ਸਕਦੇ ਹਾਂ। ਜਿਵੇਂ ਮੰਨ ਲਓ ਮੇਰੇ ਕੋਲ ਲੈਂਥ ਹੈ, ਲੈਂਥ ਨੂੰ ਮੈਂ ਈਜ਼ੀਲੀ ਮੈਜਰ ਕਰ ਸਕਦੀ ਹਾਂ ਨਾ। ਮੇਰੇ ਕੋਲ ਇੱਕ ਬਾਲ ਹੈ, ਬਾਲ ਦਾ ਮਾਸ ਮੈਂ ਈਜ਼ੀਲੀ ਮੈਜਰ ਕਰ ਸਕਦੀ ਹਾਂ ਨਾ। ਮਤਲਬ ਉੱਦਾਂ ਦੀਆਂ ਕੁਆਂਟੀਟੀਜ਼ ਜਿਨ੍ਹਾਂ ਨੂੰ ਮੈਂ ਈਜ਼ੀਲੀ ਮੈਜਰ ਕਰ ਸਕਦੀ ਹਾਂ, ਉਹ ਸਾਰੀਆਂ ਕੁਆਂਟੀਟੀਜ਼ ਨੂੰ ਆਪਾਂ ਬੋਲਦੇ ਹਾਂ ਫਿਜ਼ੀਕਲ ਕੁਆਂਟੀਟੀਜ਼। ਫੋਰ ਐਗਜ਼ਾਮਪਲ ਮਾਸ, ਲੈਂਥ, ਟਾਈਮ, ਟੈਂਪਰੇਚਰ, ਏਰੀਆ, ਵੋਲੀਅਮ, ਇਹ ਸਾਰੇ ਆਪਣੇ ਕੋਲ ਕੀ ਹੈ ਫਿਜ਼ੀਕਲ ਕੁਆਂਟੀਟੀਜ਼ ਹੈ। ਠੀਕ ਹੈ, ਤਾਂ ਕੁਆਂਟੀਟੀਜ਼ ਦੈਟ ਕੈਨ ਬੀ ਮੈਜਰਡ, ਜਿਹੜੀਆਂ ਕੁਆਂਟੀਟੀਜ਼ ਨੂੰ ਆਪਾਂ ਮੈਜਰ ਕਰ ਸਕਦੇ ਹਾਂ ਉਹ ਸਾਰੀਆਂ ਕੁਆਂਟੀਟੀ ਕੀ ਹੈ ਫਿਜ਼ੀਕਲ ਕੁਆਂਟੀਟੀਜ਼ ਹੈ। ਜੇ ਮੈਂ ਕਹਾਂ ਏਰੀਆ, ਏਰੀਆ ਨੂੰ ਮੈਂ ਮੈਜਰ ਕਰ ਸਕਦੀ ਹਾਂ। ਇਹ ਏਰੀਆ ਰੈਕਟੈਂਗਲ ਦਾ ਹੈ, ਲੈਂਥ ਗਿਵਨ ਹੈ, ਮੈਨੂੰ ਬ੍ਰੈਡਥ ਗਿਵਨ ਹੈ। ਇਸ ਏਰੀਆ ਆਫ ਰੈਕਟੈਂਗਲ ਨੂੰ ਮੈਜਰ ਕਰ ਸਕਦੀ ਹੈ ਨਾ, ਕਿਵੇਂ? ਲੈਂਥ ਮਲਟੀਪਲਾਈ ਬ੍ਰੈਡਥ ਕਰਕੇ। ਜੇ ਮੈਨੂੰ ਵੋਲੀਅਮ ਕਹਿ ਦੇਣ ਕਿ ਇਸ ਕਿਊਬੋਇਡ ਦਾ ਵੋਲੀਅਮ ਫਾਈਂਡ ਆਊਟ ਕਰੋ, ਤਾਂ ਕਿਵੇਂ ਕਰੂੰਗੀ? ਲੈਂਥ ਇੰਟੂ ਬ੍ਰੈਡਥ ਇੰਟੂ ਹਾਈਟ ਕਰਕੇ।
ਮਤਲਬ ਉੱਦਾਂ ਦੀ ਚੀਜ਼ਾਂ ਜਿਨ੍ਹਾਂ ਨੂੰ ਮੈਂ ਮੈਜਰ ਕਰ ਸਕਦੀ ਹਾਂ ਉਹ ਹੁੰਦੇ ਆਪਣੇ ਕੋਲ ਫਿਜ਼ੀਕਲ ਕੁਆਂਟੀਟੀਜ਼। ਜੇ ਮੈਂ ਹੁਣ ਕਹਾਂ ਕਿ ਮੈਂ ਬਹੁਤ ਹੈਪੀ ਹਾਂ ਤਾਂ ਹੈਪੀਨੈਸ ਕੀ ਹੈ, ਹੈਪੀਨੈਸ ਨੂੰ ਮੈਂ ਮੈਜਰ ਕਰ ਸਕਦੀ ਮੈਂ ਕਿੰਨੀ ਕੁ ਹੈਪੀ ਹਾਂ। ਮੈਂ ਕੋਈ ਚੀਜ਼ ਲੈ ਕੇ ਆਉਂਗੀ ਉਹਨਾਂ ਨਾਲ ਮੈਜਰ ਕਰ ਲੂੰਗੀ, ਇੱਦਾਂ ਹੋ ਜਾਊਗਾ ਨਹੀਂ। ਤਾਂ ਫਿਜ਼ੀਕਲ ਹੈਪੀਨੈਸ ਹੈ ਫਿਜ਼ੀਕਲ ਕੁਆਂਟੀਟੀ ਨਹੀਂ ਹੈਗੀ, ਠੀਕ ਹੈ। ਬਸ ਉਹੀ ਵਾਲੀ ਮੈਟਰ ਚੀਜ਼ ਹੁੰਦੀ ਹੈ ਜਿਹੜੀ ਕਿ ਆਪਾਂ ਮੈਜਰ ਕਰ ਸਕਦੇ ਹਾਂ, ਉਹਨੂੰ ਆਪਾਂ ਫਿਜ਼ੀਕਲ ਕੁਆਂਟੀਟੀ ਬੋਲਦੇ ਹਾਂ। ਹੁਣ ਜਿਹੜੀ ਫਰਦਰ ਫਿਜ਼ੀਕਲ ਕੁਆਂਟੀਟੀ ਹੈ ਉਹ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਹੁੰਦੀ ਹੈ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀ, ਦੂਜੀ ਹੁੰਦੀ ਹੈ ਡਰਾਈਵਡ ਫਿਜ਼ੀਕਲ ਕੁਆਂਟੀਟੀ। ਵਨ ਬਾਏ ਵਨ ਆਪਾਂ ਰੀਡ ਕਰਦੇ ਹਾਂ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀ ਕਿਹੜੀ ਹੁੰਦੀ ਹੈ ਤੇ ਡਰਾਈਵਡ ਫਿਜ਼ੀਕਲ ਕੁਆਂਟੀਟੀਜ਼ ਕਿਹੜੀਆਂ ਹੁੰਦੀਆਂ, ਠੀਕ ਹੈ। ਫਸਟ ਡੈਫੀਨੇਸ਼ਨ ਆ ਗਈ ਆਪਣੇ ਕੋਲ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀ। ਦੇਖੋ ਫॉर एग्जांपल ਮੇਰੇ ਕੋਲ ਇੱਕ ਲੈਂਥ ਹੈ, ਮੈਂ ਲੈਂਥ ਫਾइंड आउट ਕਰਨੀ ਹੈ ਕਿ ਇਸ ਲਾਈਨ ਦੀ ਲੈਂਥ ਕਿੰਨੀ ਹੈ। ਤਾਂ ਮੈਂ ਕੀ ਕਰੂੰਗੀ, ਇੱਕ ਸਕੇਲ ਲੈ ਕੇ ਆਉਂਗੀ, ਸਕੇਲ ਨਾਲ ਕੀ ਇਹਨੂੰ ਮੈਜਰ ਕਰ ਲੂੰਗੀ। ਫॉर एग्जांपल ਇੱਥੇ 0 ਰੀਡਿੰਗ ਹੈ, ਇੱਥੇ 2 ਰੀਡਿੰਗ ਹੈ, ਮਤਲਬ 2 ਸੈਂਟੀਮੀਟਰ ਦੀ ਹੈ ਲਾਈਨ, ਠੀਕ ਹੈ। ਤਾਂ ਹੁਣ ਲੈਂਥ ਮੈਜਰ ਕਰਨ ਲਈ ਮੈਨੂੰ ਕੋਈ ਹੋਰ ਏਰੀਆ, ਕਿਸੇ ਹੋਰ ਦੀ ਲੈਂਥ, ਕਿਸੇ ਹੋਰ ਦੀ ਬ੍ਰੈਡਥ ਮੈਨੂੰ ਚਾਹੀਦੀ ਸੀਗੀ ਨਹੀਂ, ਮੈਨੂੰ ਤਾਂ ਸਿਰਫ ਇੱਕ ਲੈਂਥ ਹੀ ਚਾਹੀਦੀ ਹੈ ਇਹਦੀ। ਤਾਂ ਉੱਦਾਂ ਦੀਆਂ ਕੁਆਂਟੀਟੀਜ਼ ਜੋ ਕਿਸੇ ਹੋਰ 'ਤੇ ਡਿਪੈਂਡ ਨਾ ਕਰਨ। ਜਿਵੇਂ ਫॉर एग्जांपल ਮੈਂ ਕੀ ਕਰਨਾ, ਮਾਸ ਕੱਢਣਾ, ਮੈਂ ਇਸ ਬਾਲ ਦਾ ਮਾਸ ਕੱਢਣਾ। ਹੁਣ ਇਸ ਬਾਲ ਦੇ ਮਾਸ ਕੱਢਣ ਲਈ ਮੈਨੂੰ ਇਸ ਲੈਂਥ ਦੀ, ਇਸ ਲਾਈਨ ਦੀ ਲੈਂਥ ਚਾਹੀਦੀ ਹੋਊਗੀ ਜਾਂ ਮੈਨੂੰ ਇਸ ਬਾਲ ਦਾ ਮਾਸ ਚਾਹੀਦਾ ਹੋਊਗਾ ਨਹੀਂ, ਮੈਂ ਤਾਂ ਸਿਰਫ ਇਹਦਾ ਮਾਸ ਕੱਢਣਾ। ਇਹਦਾ ਮਾਸ ਮੈਂ ਕਿਵੇਂ ਕੱਢੂੰਗੀ, ਇਲੈਕਟ੍ਰੋਨਿਕ ਮਸ਼ੀਨ ਕੋਈ ਯੂਜ਼ ਕਰ ਲੂੰਗੀ, ਉਹਦੇ ਉੱਪਰ ਰੱਖ ਦੂੰਗੀ, ਮਾਸ ਆ ਜਾਊਗਾ, ਠੀਕ ਹੈ। ਤਾਂ ਉੱਦਾਂ ਦੀਆਂ ਫਿਜ਼ੀਕਲ ਕੁਆਂਟੀਟੀਜ਼ ਜੋ ਕਿਸੇ ਹੋਰ 'ਤੇ ਡਿਪੈਂਡ ਨਾ ਕਰਨ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਫੰਡਾਮੈਂਟਲ ਫਿਜ਼ੀਕਲ ਕੁਆਂਟੀਟੀਜ਼, ਠੀਕ ਹੈ। ਫॉर एग्जांपल ਲੈਂਥ, ਮਾਸ, ਟਾਈਮ, ਟੈਂਪਰੇਚਰ ਵੀ ਆ ਸਕਦਾ ਇੱਥੇ, ਠੀਕ ਹੈ। ਜਿਵੇਂ ਹੁਣ ਮੈਂ ਟਾਈਮ ਕੱਢਣਾ, ਜੇ ਮੈਂ ਘੜੀ ਵੱਲ ਦੇਖਾਂ ਮੇਰੇ 6 ਵੱਜ ਗਏ, ਮੰਨ ਲਓ 6 o'clock ਹੋ ਗਏ, ਤਾਂ ਹੁਣ ਐ ਥੋੜ੍ਹੀ ਕਿ 6 o'clock ਦੇਖਣਾ ਅਤੇ ਮੈਨੂੰ ਮੇਰੇ ਨਾਲ ਦੇ ਆਬਜੈਕਟ ਦੀ ਲੈਂਥ ਪਤਾ ਹੋਣੀ ਚਾਹੀਦੀ ਹੈ, ਮੈਨੂੰ ਮੇਰੇ ਨਾਲ ਦੇ ਆਬਜੈਕਟ ਦਾ ਮਾਸ ਪਤਾ ਹੋਣਾ ਚਾਹੀਦਾ, ਨਹੀਂ ਨਾ, ਬਸ ਟਾਈਮ ਦੇਖੋ ਪਤਾ ਲੱਗ ਗਿਆ। ਤਾਂ ਉਹਨਾਂ ਨੂੰ ਆਪਾਂ ਬੋਲਦੇ ਹਾਂ ਫਿਜ਼ੀਕਲ ਕੁਆਂਟੀਟੀਜ਼। ਨੈਕਸਟ ਆ ਜਾਂਦਾ ਆਪਣੇ ਕੋਲ ਡਰਾਈਵਡ ਕੁਆਂਟੀਟੀਜ਼। ਡਰਾਈਵਡ ਕੁਆਂਟੀਟੀਜ਼ ਦਾ ਮਤਲਬ ਕੀ ਹੈ, ਫॉर एग्जांपल ਮੇਰੇ ਕੋਲ ਏਰੀਆ, ਇਸ ਰੈਕਟੈਂਗਲ ਦਾ ਮੈਂ ਏਰੀਆ ਕੱਢਣਾ। ਹੁਣ ਏਰੀਆ ਕਿਵੇਂ ਨਿਕਲੂਗਾ, ਸਭ ਤੋਂ ਪਹਿਲਾਂ ਮੈਨੂੰ ਰੈਕਟੈਂਗਲ ਦੀ ਲੈਂਥ ਵੇਖਣੀ ਪੈਣੀ ਹੈ, ਫਿਰ ਮੈਨੂੰ ਰੈਕਟੈਂਗਲ ਦੀ ਬ੍ਰੈਡਥ ਵੇਖਣੀ ਪੈਣੀ ਹੈ, ਮੈਨੂੰ ਫਿਰ ਏਰੀਆ ਪਤਾ ਲੱਗੂਗਾ ਨਾ, ਏਰੀਆ L/B। ਮਤਲਬ ਉੱਦਾਂ ਦੀ ਫਿਜ਼ੀਕਲ ਕੁਆਂਟੀਟੀ ਜੋ ਕਿਸੇ ਹੋਰ ਫਿਜ਼ੀਕਲ ਕੁਆਂਟੀਟੀਜ਼ 'ਤੇ ਡਿਪੈਂਡ ਕਰਦੀ ਪਈ ਹੈ। ਵੀ ਏਰੀਆ ਲੱਭਣ ਲਈ ਮੈਨੂੰ ਲੈਂਥ ਇਹਦੀ ਵੇਖਣੀ ਪੈ ਰਹੀ ਹੈ, ਫਿਰ ਮੈਨੂੰ ਲੈਂਥ ਇਹਦੀ ਵੇਖਣੀ ਪੈ ਰਹੀ ਹੈ, ਫਿਰ ਮੇਰੇ ਕੋਲ ਜਾ ਕੇ ਕਿਤੇ ਏਰੀਆ ਆਊਗਾ। ਤਾਂ ਉੱਦਾਂ ਦੀਆਂ ਫਿਜ਼ੀਕਲ ਕੁਆਂਟੀਟੀਜ਼ ਲਾਈਕ ਏਰੀਆ ਜਿਹੜੀ ਕਿਸੇ ਹੋਰ 'ਤੇ ਡਿਪੈਂਡ ਕਰਦੀ ਹੈ, ਕਿਸੇ ਹੋਰ ਫਿਜ਼ੀਕਲ ਕੁਆਂਟੀਟੀ 'ਤੇ ਡਿਪੈਂਡ ਕਰਦੀ ਆਨਸਰ ਲਈ, ਤਾਂ ਉਹਨੂੰ ਆਪਾਂ ਕਹਿੰਦੇ ਹਾਂ ਡਰਾਈਵਡ ਫਿਜ਼ੀਕਲ ਕੁਆਂਟੀਟੀ। ਫॉर एग्जांपल ਮੇਰੇ ਕੋਲ ਹੈਗਾ ਵੋਲੀਅਮ, ਜੇ ਮੈਂ ਵੋਲੀਅਮ ਕੱਢਣਾ ਇਸ ਕਿਊਬੋਇਡ ਦਾ, ਵੋਲੀਅਮ ਕਿਵੇਂ ਕੱਢੂੰਗੀ, ਪਹਿਲਾਂ ਮੈਨੂੰ ਉਹਦੀ ਲੈਂਥ ਚੈੱਕ ਕਰਨੀ ਪੈਣੀ ਹੈ, ਫਿਰ ਮੈਨੂੰ ਬ੍ਰੈਡਥ ਚੈੱਕ ਕਰਨੀ ਪੈਣੀ ਹੈ, ਫਿਰ ਮੈਨੂੰ ਹਾਈਟ ਚੈੱਕ ਕਰਨੀ ਪੈਣੀ ਹੈ, ਤਾਂ ਬਾਅਦ ਇਹਨਾਂ ਨੂੰ ਮਲਟੀਪਲਾਈ ਕਰਨ ਤੋਂ ਬਾਅਦ ਮੈਨੂੰ ਮਿਲੂਗਾ ਵੋਲੀਅਮ ਆਫ ਕਿਊਬੋਇਡ। ਤਾਂ ਇਹ ਵੀ ਕੀ ਹੈ, ਕੀ ਆ ਜਾਊਗਾ ਏਰੀਆ, ਵੋਲੀਅਮ, ਡੈਂਸਿਟੀ, ਸਪੀਡ, ਇਹ ਸਾਰੇ ਕੀ ਆਪਣੇ ਕੋਲ ਡਰਾਈਵਡ ਫਿਜ਼ੀਕਲ ਕੁਆਂਟੀਟੀਜ਼, ਠੀਕ ਹੈ। ਨੈਕਸਟ ਆ ਗਿਆ ਸਮ ਆਫ ਦਾ ਐਂਸ਼ੀਅੰਟ ਯੂਨਿਟਸ ਆਫ ਮੈਜਰਮੈਂਟ। ਅੱਜ ਕੱਲ੍ਹ ਤਾਂ ਕੀ ਹੈ, ਮਤਲਬ ਆਪਾਂ ਮੀਟਰ ਯੂਜ਼ ਕਰਦੇ ਹਾਂ, ਕਿਲੋਮੀਟਰ ਯੂਜ਼ ਕਰਦੇ ਹਾਂ, ਸੈਕਿੰਡ ਯੂਜ਼ ਕਰਦੇ ਹਾਂ, ਠੀਕ ਹੈ। ਜਾਂ ਆਪਣੇ ਕੋਲ ਅੱਜ ਕੱਲ੍ਹ ਤਾਂ ਬਹੁਤ ਸਾਰੇ ਜਿਵੇਂ ਸਕੇਲ ਹੈਗਾ, ਆਪਣੇ ਕੋਲ ਬੀਮ ਬੈਲੈਂਸ ਹੈਗਾ, ਆਪਣੇ ਕੋਲ ਟਾਈਮ ਦੇਖਣ ਲਈ ਘੜੀ ਹੈਗੀ, ਇਹ ਸਾਰਾ ਕੁਛ ਹੈਗਾ। ਬਟ ਪਹਿਲਾਂ ਵਾਲੇ ਜ਼ਮਾਨੇ ਵਿੱਚ ਕੀ ਸੀਗਾ ਕਿ ਇੱਦਾਂ ਦੇ ਇੰਸਟਰੂਮੈਂਟਸ ਆਪਣੇ ਕੋਲ ਨਹੀਂ ਹੁੰਦੇ ਸੀਗੇ। ਤਾਂ ਲੋਕ ਕੀ ਕਰਦੇ ਸੀਗੇ, ਮੈਜਰ ਕਿਵੇਂ ਕਰਦੇ ਸੀਗੇ, ਦੇਖੋ ਧਿਆਨ ਨਾਲ। ਪਹਿਲਾਂ ਆਪਾਂ ਗੱਲ ਕਰ ਰਹੇ ਵੀ ਲੈਂਥ ਕਿਵੇਂ ਮੈਜਰ ਕਰਦੇ ਸੀਗੇ, ਕਿਉਂਕਿ ਲੈਂਥ ਮੈਜਰ ਕਰਨ ਲਈ ਉਹਨਾਂ ਕੋਲ ਕੋਈ ਇਕੁਇਪਮੈਂਟਸ ਨਹੀਂ ਹੁੰਦੇ ਸੀਗੇ, ਤਾਂ ਉਹ ਡਿਫਰੈਂਟ ਆਪਦੇ ਬੋਡੀ ਪਾਰਟਸ ਨੂੰ ਯੂਜ਼ ਕਰ ਲੈਂਦੇ ਸੀਗੇ, ਠੀਕ ਹੈ। ਇਹ ਆਪਾਂ ਫਰਦਰ ਅੱਗੇ ਵੀ ਪੜ੍ਹਨ ਲੱਗੇ ਹਾਂ, ਅੱਗੇ ਆਪਾਂ ਇੱਥੇ ਪੜ੍ਹਾਂਗੇ। ਦੇਖੋ ਪਹਿਲਾਂ ਕੀ ਕਰਦੇ ਸੀ, ਉਹ ਇੱਦਾਂ ਦੇ ਬੋਡੀ ਪਾਰਟ ਯੂਜ਼ ਕਰ ਲੈਂਦੇ ਸੀ। ਮੰਨ ਲਓ ਕਿਸੇ ਚੀਜ਼ ਦੀ ਲੈਂਥ ਫਾਈਂਡ ਆਊਟ ਕਰਨੀ ਤਾਂ ਕਿਊਬਿਟ ਮਤਲਬ ਆਪਦੀ ਇੱਥੋਂ ਲੈ ਕੇ ਟਿਪ ਆਫ ਦਾ ਫਿੰਗਰ ਤੱਕ ਦੀ ਡਿਸਟੈਂਸ ਲੈ ਲੈਂਦੇ ਸੀ, ਉਹਨੂੰ ਅਪਰੋਕਸੀਮੇਟ ਕਰ ਲੈਂਦੇ ਸੀ, ਲਗਭਗ ਕਹਿੰਦੇ ਸੀ ਇੰਨਾ ਕੁ ਹੈਗਾ ਡਿਸਟੈਂਸ। ਜਾਂ ਕੋਈ ਛੋਟੀ ਚੀਜ਼ ਇੱਦਾਂ ਹੈਂਡ ਸਪੈਨ ਯੂਜ਼ ਕਰ ਲੈਂਦੇ ਸੀ, ਗਿੱਠਾ ਮਿਲ ਲੈਂਦੇ ਸੀ ਜਾਂ ਫੁੱਟ ਮਿਲ ਲੈਂਦੇ ਸੀ। ਵੀ ਪਹਿਲਾਂ ਦੇ ਜ਼ਮਾਨੇ ਵਿੱਚ ਇਹ ਕੁਛ ਚੱਲਦਾ ਹੁੰਦਾ ਸੀਗਾ। ਬਟ ਅੱਜ ਕੱਲ੍ਹ ਤਾਂ ਕੀ ਹੈ, ਅੱਜ ਕੱਲ੍ਹ ਤਾਂ ਸਭ ਕੁਛ ਨਿਊ ਮੈਥਡਸ ਆ ਰਹੇ ਹੈ ਕਿ ਸਕੇਲ ਆ ਗਈ ਹੈ, ਮੈਜਰਿੰਗ ਟੇਪ ਆ ਗਿਆ, ਥਰਮੋਮੀਟਰਸ ਆ ਗਏ ਹੈ, ਠੀਕ ਹੈ, ਜਾਂ ਆਪਣੇ ਸਪੀਡੋਮੀਟਰ ਆ ਗਏ ਸਪੀਡ ਚੈੱਕ ਕਰਨ ਲਈ। ਤਾਂ ਅੱਜ ਕੱਲ੍ਹ ਕੀ ਆਪਾਂ ਇਹ ਸਾਰੇ ਮੈਥਡ ਯੂਜ਼ ਨਹੀਂ ਕਰਦੇ, ਠੀਕ ਹੈ। ਇਹ ਤਾਂ ਆਪਾਂ ਨੂੰ ਫਾਰਮੂਲਾਜ਼ ਵਗੈਰਾ ਗਿਵਨ ਹੈ, ਇਹ ਆਪਾਂ ਬਾਅਦ ਵਿੱਚ ਦੇਖਾਂਗੇ। ਇਹ ਆਪਾਂ ਪੜ੍ਹ ਚੁੱਕੇ ਹਾਂ ਨੀਡ ਆਫ ਸਟੈਂਡਰਡ ਯੂਨਿਟਸ ਆਫ ਮੈਜਰਮੈਂਟ। ਕਿ ਪਹਿਲਾਂ ਕੀ ਕਰਦੇ ਸੀਗੇ, ਪਹਿਲਾਂ ਮਤਲਬ ਕਾਫੀ ਇਨਕਨਵੀਨੀਅੰਟ ਮੈਥਡ ਯੂਜ਼ ਕਰਦੇ ਸੀਗੇ ਕਿ ਇੱਦਾਂ ਚੈੱਕ ਕਰ ਲਿਆ, ਹੈਂਡ ਸਪੈਨ ਚੈੱਕ ਕਰ ਲਿਆ, ਫੁੱਟ ਚੈੱਕ ਕਰ ਲਿਆ। ਇਹਦੇ ਨਾਲ ਕੀ ਆਨਸਰ ਡਿਫਰੈਂਟ ਆਉਂਦੇ ਸੀ, ਕਿਉਂਕਿ ਮੰਨ ਲਓ ਮੇਰੀ ਜਿਹੜੀ ਬਾਂਹ ਹੈ ਉਹ ਲੰਬੀ ਹੈ, ਤੁਹਾਡੀ ਬਾਂਹ ਇੱਥੋਂ ਤੱਕ ਛੋਟੀ ਜੀ ਹੈ, ਫਿਰ ਤਾਂ ਆਪਣੇ ਆਨਸਰ ਗਲਤ ਆਉਣਗੇ ਨਾ। ਜੇ ਮੈਂ ਕਹੂੰਗੀ 5 ਸੈਂਟੀਮੀਟਰ ਦਾ ਟੋਟਲ, ਤੁਸੀਂ ਤਾਂ ਕਹੋਗੇ 3 ਸੈਂਟੀਮੀਟਰ ਦਾ ਹੀ ਹੈ।
ਹਰ ਇੱਕ ਮਤਲਬ ਕੀ ਹੈ ਲੋਕਾਂ ਦੀ ਮੈਜਰਮੈਂਟ ਡਿਫਰੈਂਟ ਹੁੰਦੀ ਹੈ। ਮੇਰੇ ਫੁੱਟ ਦੀ ਮੈਜਰਮੈਂਟ ਡਿਫਰੈਂਟ ਹੈ, ਮੇਰੇ ਹੈਂਡ ਸਪੈਨ ਦੀ ਮੈਜਰਮੈਂਟ ਡਿਫਰੈਂਟ ਤੁਹਾਡੇ ਨਾਲੋਂ, ਤਾਂ ਹਰੇਕ ਉਹ ਆਨਸਰ ਗਲਤ ਆਉਂਦੇ ਹੁੰਦੇ ਸੀ। ਮੇਰਾ ਆਨਸਰ ਕੁਛ ਹੋਰ ਆਉਂਦਾ ਸੀ, ਕਿਸੇ ਹੋਰ ਦਾ ਆਨਸਰ ਕੁਛ ਹੋਰ ਆਉਂਦਾ ਸੀ। ਤਾਂ ਫਿਰ ਕੀ ਹੈ ਵੀ ਸਾਇੰਟਿਸਟ ਸਾਰੇ ਬੈਠੇ, ਉਹਨਾਂ ਨੇ ਸੋਚਿਆ ਕਿ ਇਹ ਜਿਹੜੇ ਮੈਥਡ ਹੈ ਨਾ ਕਿ ਇੱਦਾਂ ਕਿਊਬਿਟ ਯੂਜ਼ ਕਰ ਲਓ, ਹੈਂਡ ਸਪੈਨ ਯੂਜ਼ ਕਰ ਲਓ, ਵੀ ਇਹ ਤਾਂ ਕਾਫੀ ਗਲਤ ਆਨਸਰ ਲੈ ਕੇ ਆ ਰਹੇ ਸਾਰੀ ਚੀਜ਼ਾਂ ਦੇ। ਤਾਂ ਇਹਨੂੰ ਸਹੀ ਕਰਨ ਲਈ ਉਹ ਕਹਿੰਦੇ ਕਿ ਆਪਾਂ ਨੂੰ ਕੁਛ ਇੱਦਾਂ ਦੇ ਮਤਲਬ ਇੰਸਟਰੂਮੈਂਟ ਬਣਾਉਣੇ ਪੈਣੇ ਆ, ਕੁਛ ਇੱਦਾਂ ਦੀਆਂ ਯੂਨਿਟਸ ਬਣਾਉਣੀਆਂ ਪੈਣੀਆਂ ਕਿ ਆਪਾਂ ਨੂੰ ਆਨਸਰ ਸਹੀ ਮਿਲਣ ਸਾਰਿਆਂ ਦੇ। ਫਿਰ ਉਸ ਤੋਂ ਬਾਅਦ ਸਾਇੰਟਿਸਟ ਨੇ ਕੀ ਕੁਛ ਕੀਤਾ, ਹੁਣ ਆਪਾਂ ਉਹ ਪੜ੍ਹਨ ਲੱਗੇ ਹਾਂ। ਉਸ ਤੋਂ ਬਾਅਦ ਕੀ ਹੈ, ਸਾਇੰਟਿਸਟ ਨੇ ਸਟੈਂਡਰਡ ਯੂਨਿਟ ਆਫ ਮੈਜਰਮੈਂਟ ਕੱਢਦੇ। ਸਟੈਂਡਰਡ ਯੂਨਿਟ ਆਫ ਮੈਜਰਮੈਂਟ, ਯੂਨਿਟ ਕੀ ਹੁੰਦਾ, ਜਿਵੇਂ ਮੰਨ ਲਓ 5 ਮੀਟਰ, ਆ ਜੋ ਮੈਂ ਮੀਟਰ ਯੂਜ਼ ਕਰ ਰਹੀ ਹਾਂ ਯੂਨਿਟ ਹੈ। ਮੰਨ ਲਓ ਮੈਂ 5 ਕਿਲੋਗ੍ਰਾਮ ਕਿਹਾ, ਆ ਕਿਲੋਗ੍ਰਾਮ ਜੋ ਮੈਂ ਯੂਜ਼ ਕਰ ਰਹੀ ਹਾਂ ਯੂਨਿਟ ਹੈ, ਠੀਕ ਹੈ। ਮੈਂ ਇੱਦਾਂ ਦੇ ਯੂਨਿਟਸ ਲੈਣੇ ਸ਼ੁਰੂ ਕੀਤੇ। ਉਸ ਤੋਂ ਬਾਅਦ ਸਾਇੰਟਿਸਟ ਨੇ ਕਿਹਾ ਕਿ ਆਪਾਂ ਇੱਦਾਂ ਦੀ ਕੋਈ ਯੂਨਿਟ ਲੈਂਦੇ ਹਾਂ ਜਿਹੜੇ ਮੈਜੋਰਿਟੀ ਆਫ ਪੀਪਲ ਉਹਨੂੰ ਕੀ ਹੈ ਅਸੈਪਟ ਕਰਨ। ਅਸੈਪਟ ਮਤਲਬ ਕਿ ਜੇ ਮੈਂ ਮੰਨ ਲਓ ਇੰਡੀਆ 'ਚ ਬੈਠੀ ਹਾਂ ਅਤੇ ਮੈਂ ਇਸ ਲੈਂਥ ਨੂੰ ਕਹਿ ਰਹੀ ਹਾਂ ਕਿ 5 ਸੈਂਟੀਮੀਟਰ ਹੈ, ਅਤੇ ਸਿਮਿਲਰਲੀ ਇਹੀ ਲੈਂਥ ਜੇ ਕੈਨੇਡਾ ਵਿੱਚ ਪਈ ਹੈ ਤਾਂ ਕੈਨੇਡਾ ਵਾਲੇ ਪੀਪਲ ਵੀ ਇਹੀ ਕਹਿ ਰਹੇ ਕਿ ਇਹ ਲੈਂਥ 5 ਸੈਂਟੀਮੀਟਰ ਹੈ। ਕਿਉਂ ਇੱਦਾਂ ਕਹਿਣਗੇ ਇਹ ਲੈਂਥ 5 ਮੀਟਰ ਬਣ ਗਈ, ਨਹੀਂ ਨਾ। ਤਾਂ ਉੱਦਾਂ ਦੀ ਯੂਨਿਟਸ ਲੈਣੀ ਹੈ ਕਿ ਜਿਹੜੀ ਹਰੇਕ ਪੁਆਇੰਟ ਟੂ ਪੁਆਇੰਟ ਹਰੇਕ ਜਗ੍ਹਾ 'ਤੇ ਸੇਮ ਰਹਿਣ, ਸਾਰੇ ਲੋਕ ਉਹਨੂੰ ਅਸੈਪਟ ਕਰਨ। ਕੁਛ ਇੱਦਾਂ ਦੀਆਂ ਸਟੈਂਡਰਡ ਯੂਨਿਟਸ ਆਫ ਮੈਜਰਮੈਂਟ ਬਣਾਈਆਂ ਗਈਆਂ। ਅਤੇ ਸਟੈਂਡਰਡ ਯੂਨਿਟ ਆਫ ਮੈਜਰਮੈਂਟ ਦੀਆਂ ਕੁਛ ਕੁ ਡੈਫੀਨਾਈਟ ਕੁਆਂਟੀਟੀਜ਼ ਰੱਖੀਆਂ ਗਈਆਂ। ਡੈਫੀਨਾਈਟ ਕੁਆਂਟੀਟੀਜ਼ ਦਾ ਮਤਲਬ ਕੀ ਹੈ ਕਿ ਜੇ ਮੈਂ ਮੀਟਰ ਕਹਿ ਰਹੀ ਹਾਂ, ਮੀਟਰ ਓਬਵੀਅਸ ਲੈ ਮੈਂ ਲੈਂਥ ਲਈ ਯੂਜ਼ ਕਰ ਰਹੀ ਹੋਊਂਗੀ। ਜੇ ਮੈਂ ਕਿਲੋਗ੍ਰਾਮ ਹੈ ਤਾਂ ਓਬਵੀਅਸ ਮੈਂ ਮਾਸ ਲਈ ਯੂਜ਼ ਕਰ ਰਹੀ ਹਾਂ। ਸੈਕਿੰਡ ਮਤਲਬ ਮੈਂ ਟਾਈਮ ਲਈ ਯੂਜ਼ ਕਰਦੀ ਪਈ ਹਾਂ, ਅਤੇ ਕੈਲਵਿਨ ਮਤਲਬ ਮੈਂ ਟੈਂਪਰੇਚਰ ਲਈ ਯੂਜ਼ ਕਰਦੀ ਹਾਂ। ਤਾਂ ਉਹਨਾਂ ਨੇ ਕੁਛ ਕੀ ਹੈ ਇਸ ਕਨਫਿਊਜ਼ਨ ਨੂੰ ਮਤਲਬ ਖ਼ਤਮ ਕਰਨ ਲਈ, ਕਿ ਆਪਣੇ 'ਚ ਕਨਫਿਊਜ਼ਨ ਰਹੀ ਕਿ ਮੈਂ ਤਾਂ ਇੱਥੇ 5 ਮੀਟਰ ਕਹੀ ਜਾਂਦੀ ਹੈ, ਉਹ ਉੱਥੇ 0.05 ਸੈਂਟੀਮੀਟਰ ਕਹੀ ਜਾਂਦੇ ਆ, ਠੀਕ ਹੈ। ਤਾਂ ਉਹ ਕਾਫੀ ਕਨਫਿਊਜ਼ਨ ਰਹਿੰਦੀ ਸੀ ਦਿਮਾਗ 'ਚੋਂ। ਕਨਫਿਊਜ਼ਨ ਨੂੰ ਖ਼ਤਮ ਕਰਨ ਲਈ ਉਹਨਾਂ ਨੇ ਕੁਛ ਸਟੈਂਡਰਡ ਯੂਨਿਟਸ ਬਣਾਤੀਆਂ, ਅਤੇ ਉਹ ਸਟੈਂਡਰਡ ਯੂਨਿਟ ਦੇ ਅਕੋਰਡਿੰਗ ਲੈਂਥ ਨੂੰ ਸਟੈਂਡਰਡਲੀ ਆਪਾਂ ਮੀਟਰ 'ਚ ਲੈਂਦੇ ਹਾਂ, ਮਾਸ ਨੂੰ ਸਟੈਂਡਰਡ ਯੂਨਿਟ ਨੂੰ ਆਪਾਂ SI ਯੂਨਿਟ ਵੀ ਬੋਲਦੇ ਹਾਂ। ਸਟੈਂਡਰਡ ਯੂਨਿਟ ਨੂੰ SI ਯੂਨਿਟ ਵੀ ਬੋਲਦੇ ਹਾਂ। ਤਾਂ ਲੈਂਥ ਦੀ SI ਯੂਨਿਟ ਮੀਟਰ ਰਹੀ, ਮਾਸ ਦੀ SI ਯੂਨਿਟ ਕਿਲੋਗ੍ਰਾਮ ਕਰਤੀ, ਟਾਈਮ ਦੀ SI ਯੂਨਿਟ ਸੈਕਿੰਡ, ਅਤੇ ਟੈਂਪਰੇਚਰ ਦੀ SI ਯੂਨਿਟ ਕੈਲਵਿਨ। ਤਾਂ ਇਸ ਕਰਕੇ ਬਾਅਦ 'ਚੋਂ ਸਾਇੰਟਿਸਟ ਨੇ ਸਾਰਾ ਕੁਛ ਚੇਂਜ ਕਰਤਾ ਸੀ, ਠੀਕ ਹੈ। ਹੁਣ ਜਿਹੜੇ SI ਯੂਨਿਟਸ ਹੈ, ਜਿਹੜੇ ਮੈਂ ਤੁਹਾਨੂੰ ਹੁਣੇ ਦੱਸ ਕੇ ਆਈ ਹਾਂ SI ਸਟੈਂਡਰਡ ਯੂਨਿਟ ਸੀਗੇ, ਇਹਨਾਂ ਸਾਰਿਆਂ ਨੂੰ ਕੁਛ ਇੱਦਾਂ ਮਤਲਬ ਬਣਾਇਆ ਗਿਆ ਕਿ ਸਾਰੇ ਯੂਨੀਵਰਸਲੀ ਮਤਲਬ ਅਸੈਪਟ ਹੋ ਜਾਣ। ਯੂਨੀਵਰਸਲੀ ਕੀ ਮਤਲਬ ਵੀ ਜੇ ਆਪਾਂ ਇੰਡੀਆ 'ਚ ਹੈ ਜਾਂ ਆਪਾਂ ਫੋਰਨ 'ਚ ਬੈਠੇ ਹਾਂ, ਸਾਰੇ ਕਿਤੇ ਹੀ ਉਹ ਸੇਮ ਯੂਜ਼ ਕਰਨ, ਠੀਕ ਹੈ। ਨੈਕਸਟ ਆ ਗਿਆ ਸਾਇੰਟੀਫਿਕ ਰੂਲ ਫॉर ਰਾਈਟਿੰਗ ਯੂਨਿਟਸ। ਹੁਣ ਕਿਹੜੇ ਰੂਲਸ ਆਪਾਂ ਯੂਜ਼ ਕਰਨੇ ਆ ਉਸ ਯੂਨਿਟਸ ਨੂੰ ਲਿਖਣ ਲਈ। ਕਿਹੜੇ ਰੂਲ ਹੈ, ਸਭ ਤੋਂ ਫਸਟ ਰੂਲ ਤਾਂ ਹੁੰਦਾ ਹੈ ਕਿ ਜਿਹੜਾ ਸਿੰਬਲ ਹੈ, ਸਿੰਬਲ ਨੂੰ ਹਮੇਸ਼ਾ ਆਪਾਂ ਕੀ ਹੈ ਸਮੋਲ ਲੈਟਰ ਦੇ ਵਿੱਚ ਲਿਖਣਾ ਹੁੰਦਾ। ਮੰਨ ਲਓ ਮੈਂ 5 ਮੀਟਰ ਲਿਖਣ ਲੱਗੀ ਹਾਂ, ਲੈਂਥ ਇਸ ਲਾਈਨ ਦੀ 5 ਮੀਟਰ ਹੈ। ਹੁਣ ਮੈਂ ਜਿਹੜਾ ਮੀਟਰ ਲਿਖੂੰਗੀ ਨਾ, ਮੀਟਰ ਨੂੰ ਮੈਂ ਸਮੋਲ ਲੈਟਰ 'ਚ ਲਿਖਣਾ M, ਛੋਟੀ M। ਇਹਨੂੰ ਮੈਂ ਇੱਦਾਂ ਨਹੀਂ ਲਿਖ ਦੇਣਾ ਕੈਪੀਟਲ M, ਠੀਕ ਹੈ। ਆਹ ਸਹੀ ਹੈ, ਆਹ ਗਲਤ ਹੈ। ਸੈਕਿੰਡ ਕੀ ਸੀਗਾ ਕਿ ਜਿਹੜੇ ਸਿੰਬਲ ਸਾਇੰਟਿਸਟ ਨੇਮ ਤੋਂ ਆਉਂਦੇ ਆ, ਫੋਰ ਐਗਜ਼ਾਮਪਲ ਕੈਲਵਿਨ, ਟੈਂਪਰੇਚਰ ਦੀ ਯੂਨਿਟ ਆਪਾਂ ਕੀਤੀ ਹੈ ਕੈਲਵਿਨ। ਕੈਲਵਿਨ ਐਕਚੁਅਲੀ ਨੇਮ ਆਇਆ ਉਹਦੇ ਸਾਇੰਟਿਸਟ ਤੋਂ, ਜਿਹਨੇ ਟੈਂਪਰੇਚਰ ਨੂੰ ਡਿਸਕਵਰ ਕੀਤਾ ਨਾ, ਜਿਹਨੇ ਕੈਲਵਿਨ ਨੂੰ ਡਿਸਕਵਰ ਕੀਤਾ, ਉਸ ਬੰਦੇ ਦਾ ਨਾਮ ਹੀ ਕੈਲਵਿਨ ਸੀਗਾ। ਅਤੇ ਜਿਹੜੀਆਂ ਵੀ ਯੂਨਿਟਸ ਸਾਇੰਟਿਸਟ ਦੇ ਨਾਮ ਤੋਂ ਆਈਆਂ ਉਹਨੂੰ ਆਪਾਂ ਕੈਪੀਟਲ ਲੈਟਰ 'ਚ ਲਿਖਣਾ। ਜੇ ਮੈਂ ਕਹੂੰਗੀ ਇਸ ਟੈਂਪਰੇਚਰ ਜਿਹੜਾ ਬੋਡੀ ਦਾ ਉਹ 5 ਕੈਲਵਿਨ ਹੈ, ਤਾਂ ਕੈਲਵਿਨ ਮੈਂ ਕੀ ਹੈ ਵੱਡੀ K ਪਾਊਂਗੀ। ਤਾਂ ਉਹ ਜਿਹੜੇ ਸਾਇੰਟਿਸਟ ਨੇਮ ਤੋਂ ਆਉਣਗੇ ਯੂਨਿਟਸ ਉਹ ਕੈਪੀਟਲ ਲੈਟਰਸ 'ਚ, ਜਿਹੜੇ ਆਮ ਹੀ ਹੈ ਜਿਵੇਂ ਮੀਟਰ ਹੈ ਜਾਂ ਸੈਕਿੰਡ ਹੈ, ਇਹ ਸਾਰੇ ਜਿਹੜੇ ਆਮ ਹੈ ਉਹਨਾਂ ਨੂੰ ਆਪਾਂ ਸਮੋਲ ਲੈਟਰਸ 'ਚ ਪਾਉਣਾ ਹੈ, ਠੀਕ ਹੈ। ਉਸ ਤੋਂ ਥਰਡ ਪੁਆਇੰਟ ਕਿਹਾ ਇਹਨਾਂ ਨੇ ਕਿ ਕਦੇ ਵੀ ਸਿੰਬਲ ਲਿਖਣ ਤੋਂ ਬਾਅਦ ਪਿੱਛੇ ਕੋਈ ਫੁੱਲ ਸਟਾਪ ਨਹੀਂ ਪਾਉਣਾ। ਜਿਵੇਂ ਮੈਂ ਨਹੀਂ ਕਹਿਣਾ ਲੈਂਥ ਇਜ਼ ਇਕੁਅਲਸ ਟੂ 5 ਮੀਟਰ ਬਾਅਦ 'ਚੋਂ ਫੁੱਲ ਸਟਾਪ ਪਾ ਦਾ, ਇੱਦਾਂ ਨਹੀਂ ਕਰਨਾ। ਸਿੰਪਲ ਲਿਖੋ ਲੈਂਥ ਇਜ਼ ਇਕੁਅਲਸ ਟੂ 5 ਮੀਟਰ ਬਸ, ਠੀਕ ਹੈ। ਤਾਂ ਕਦੇ ਵੀ ਯੂਨਿਟ ਦੇ ਪਿੱਛੇ ਫੁੱਲ ਸਟਾਪ ਨੂੰ ਨਹੀਂ ਪਾਉਣਾ ਆਪਾਂ, ਠੀਕ ਹੈ। ਅਤੇ ਮੰਨ ਲਓ ਫੋਰ ਐਗਜ਼ਾਮਪਲ ਜੇ ਮੈਂ ਕਹਾਂ ਕਿ ਆਪਣੇ ਕੋਲ ਜਿਹੜੇ ਯੂਨਿਟਸ ਹੈ ਉਹਨੂੰ ਆਪਾਂ ਕਦੇ ਵੀ ਪਲੂਰਲਸ ਨਹੀਂ ਪਾਉਣਾ। ਮੈਂ ਇੱਦਾਂ ਨਹੀਂ ਕਹਿਣਾ ਜੇ 5 ਸੈਂਟੀਮੀਟਰਸ ਹੈ ਕਿ ਆਹ ਲੈਂਥ 5 ਸੈਂਟੀਮੀਟਰਸ ਹੈ, ਨਹੀਂ, ਇਹਨੂੰ ਮੈਂ ਕਹੂੰਗੀ 5 ਸੈਂਟੀਮੀਟਰ ਹੈ। ਪਿੱਛੇ S ਨਹੀਂ ਪਾਉਣੀ ਯੂਨਿਟ ਵਾਲੇ, ਯੂਨਿਟ ਪਾਉਣ ਲੱਗੇ ਇੱਥੇ ਸਿੰਪਲ ਹੀ ਪਾਉਣਾ CM। ਜਾਂ ਮੈਂ ਇੱਦਾਂ ਨਹੀਂ ਕਹਿਣਾ ਕਿ 5 ਸੈਕਿੰਡਸ ਇੱਦਾਂ ਪਾਤਾ, ਆਹ ਵੀ ਗਲਤ ਹੈ। ਜਾਂ 5 ਮਿਨਟਸ ਨੂੰ ਮੈਂ ਇੱਦਾਂ ਪਾਤਾ, ਨਹੀਂ। ਜੇ 5 ਮਿਨਟਸ ਲਿਖਣਾ ਯੂਨਿਟਸ ਤਾਂ ਮਿਨਟ ਲਿਖੋ ਬਸ, ਮਿਨਟ, ਠੀਕ ਹੈ, ਸਹੀ ਹੈ। ਕਦੇ ਵੀ ਆਪਾਂ ਕੀ ਹੈ SI ਕੋਈ ਵੀ ਯੂਨਿਟ ਪਿੱਛੇ ਪਲੂਰਲਸ ਨਹੀਂ ਪਾਉਣੇ, ਠੀਕ ਹੈ। ਜਿਹੜੇ ਹੁਣ ਕੀ ਹੈ ਨੇਮਸ ਆਫ ਦਾ ਯੂਨਿਟ ਹੈ,
नेम ऑफ द यूनिट ਨੂੰ ਆਪਾਂ ਹਮੇਸ਼ਾ ਕੀ ਸਮॉल ਲੈਟਰਸ ਲਿਖਣਾ ਹੈ। ਫॉर एग्जांपल ਮੇਰੇ ਕੋਲ ਕੀ ਹੈ, ਕੋਈ ਵੀ ਨੇਮ ਹੈ ਨਿਊਟਨ ਹੈ ਫॉर एग्जांपल, ਨਿਊਟਨ ਮੇਰੇ ਕੋਲ ਫੋਰਸ ਦੀ ਐਸਆਈ ਯੂਨਿਟ ਹੁੰਦੀ ਹੈ। ਜੇ ਮੈਂ ਪੂਰਾ ਨਾਮ ਪਾਉਣਾ ਨਾ ਨਿਊਟਨ, ਤਾਂ ਉਹਨੂੰ ਮੈਂ ਇੱਦਾਂ ਨਹੀਂ ਪਾਉਂਗੀ ਕੈਪੀਟਲ ਪਾ ਕੇ, ਇੱਦਾਂ ਨਹੀਂ ਪਾਉਣਾ, ਪਹਿਲਾਂ ਸਮॉल ਹੀ ਪਾਉਣਾ, ਸਾਰੇ ਲੈਟਰ ਸਮॉल ਹੀ ਚੱਲਣਗੇ। ਤਾਂ ਫੁੱਲ ਨੇਮ ਲਿਖਣ ਲੱਗੇ ਵੀ ਪਹਿਲਾਂ ਕੀ ਹੈ ਸਮॉल ਲੈਟਰ ਆਊਗਾ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਲਾਈਟ ਈਅਰ, ਅ ਯੂਨਿਟ ਆਫ ਲੈਂਥ। ਹੁਣ ਜਿਵੇਂ ਆਪਾਂ ਲੈਂਥ ਦੀ ਯੂਨਿਟ ਕੀਤੇ, ਜਿਹੜਾ ਲੈਂਥ ਦੀ ਐਸਆਈ ਯੂਨਿਟ ਹੁੰਦੀ ਹੈ ਉਹ ਹੁੰਦੀ ਹੈ ਮੀਟਰ, ਅਤੇ ਬਾਕੀ ਯੂਨਿਟਸ ਹੁੰਦੇ ਜਿਵੇਂ ਸੈਂਟੀਮੀਟਰ, ਕਿਲੋਮੀਟਰ, ਮਾਈਕਰੋਮੀਟਰ, ਇਹ ਸਾਰੀਆਂ ਯੂਨਿਟਸ ਆਫ ਲੈਂਥ ਹੈ। ਇਹਨਾਂ ਤੋਂ ਇਲਾਵਾ ਯੂਨਿਟ ਆਫ ਲੈਂਥ ਇੱਕ ਹੋਰ ਹੈ, ਉਸ ਯੂਨਿਟ ਆਫ ਲੈਂਥ ਨੂੰ ਆਪਾਂ ਬੋਲਦੇ ਹਾਂ ਲਾਈਟ ਈਅਰ। ਲਾਈਟ ਈਅਰ ਮਤਲਬ ਕਿ ਮੰਨ ਲਓ ਇੱਥੇ ਸਟਾਰ ਹੈ, ਇੱਥੇ ਆਪਾਂ ਖੜੇ ਹਾਂ, ਠੀਕ ਹੈ। ਇੰਨੇ ਲੰਬੇ ਸਾਰੇ ਡਿਸਟੈਂਸ ਨੂੰ ਮੈਜਰ ਕਰਨ ਲਈ, ਜਾਂ ਮੰਨ ਲਓ ਇੱਥੇ ਇੱਕ ਆਹ ਸਟਾਰ ਹੈ, ਇੱਕ ਆਹ ਸਟਾਰ ਹੈ, ਇਹ ਸਟਾਰ ਵਿੱਚ ਬਹੁਤ ਸਾਰਾ ਡਿਫਰੈਂਸ ਹੁੰਦਾ ਹੈ, ਬਹੁਤ ਦੂਰ ਦੂਰ ਹੁੰਦੇ ਹੈ। ਇਸ ਬਹੁਤ ਜ਼ਿਆਦਾ ਡਿਸਟੈਂਸ ਨੂੰ ਕਵਰ ਕਰਨ ਲਈ ਜਾਂ ਮੈਜਰ ਕਰਨ ਲਈ ਆਪਾਂ ਇੱਕ ਯੂਨਿਟ ਯੂਜ਼ ਕਰਦੇ ਆ, ਉਹਨੂੰ ਬੋਲਦੇ ਹਾਂ ਆਪਾਂ ਲਾਈਟ ਈਅਰ, ਠੀਕ ਹੈ। ਲਾਈਟ ਈਅਰ ਦੀ ਵੈਲਿਊ ਇਹ ਤੁਸੀਂ ਲਰਨ ਰੱਖਣੀ ਹੈ, ਠੀਕ ਹੈ। ਇਹਦਾ ਹੋ ਗਿਆ ਕਿ ਕਾਫੀ ਅਗਰ ਜ਼ਿਆਦਾ ਡਿਸਟੈਂਸ ਹੈਗਾ ਤਾਂ ਉਦੋਂ ਆਪਾਂ ਲਾਈਟ ਈਅਰ ਯੂਜ਼ ਕਰਨਾ ਹੈ। ਜੇ ਆਪਣੇ ਕੋਲ ਬਹੁਤ ਥੋੜ੍ਹਾ ਡਿਸਟੈਂਸ ਹੈ, ਮੰਨ ਲਓ ਇੱਕ ਚੀਜ਼ ਇੱਥੇ, ਇੱਕ ਚੀਜ਼ ਬਿਲਕੁਲ ਹੀ ਇੱਥੇ ਹੈ, ਨੇੜੇ ਜਿਹੇ ਹੈ, ਤਾਂ ਉਦੋਂ ਆਪਾਂ ਕਿਹੜਾ ਆਪਾਂ ਯੂਨਿਟ ਯੂਜ਼ ਕਰਨੀ ਹੈ, ਉਦੋਂ ਆਪਾਂ ਯੂਜ਼ ਕਰਨੀ ਹੈ ਐਂਗਸਟ੍ਰੋਮ, ਆਹ ਵਾਲੀ ਐਂਗਸਟ੍ਰੋਮ। 1 ਐਂਗਸਟ੍ਰੋਮ ਵੈਲਿਊ ਕਾਹਦੇ ਬਰਾਬਰ ਹੁੰਦੀ ਹੈ, 10⁻⁻10 ਮੀਟਰ। ਤੁਸੀਂ ਇਹ ਕੀ ਰਿਲੇਸ਼ਨ ਯਾਦ ਰੱਖਣੇ ਹੈ, ਆਹ ਵੀ ਰਿਲੇਸ਼ਨ ਲਰਨ ਰੱਖਣਾ, ਕਿਉਂਕਿ ਪੇਪਰ 'ਚ ਕਈ ਵਾਰ ਇੱਦਾਂ ਦੇ ਰਿਲੇਸ਼ਨ ਆ ਜਾਂਦੇ ਹੁੰਦੇ ਆ, ਠੀਕ ਹੈ। ਨੈਕਸਟ ਆ ਗਿਆ ਆਪਣੇ ਕੋਲ ਮਲਟੀਪਲਸ ਐਂਡ ਸਬ ਮਲਟੀਪਲਸ ਆਫ ਮੈਟ੍ਰਿਕ ਯੂਨਿਟਸ। ਹੁਣ ਆਪਾਂ ਇਹਦੇ ਵਿੱਚ ਮਲਟੀਪਲਸ ਅਤੇ ਸਬ ਮਲਟੀਪਲਸ ਰੀਡ ਕਰਾਂਗੇ ਕੀ ਹੁੰਦਾ। ਫॉर एग्जांपल ਮੇਰਾ ਸਕੂਲ ਜਿਹੜਾ ਹੈਗਾ ਉਹ ਮੋਗਾ ਵਿੱਚ ਹੈ, ਅਤੇ ਮੈਂ ਰਹਿ ਬਾਘਾ ਪੁਰਾਣਾ ਰਹੀ ਹਾਂ, ਠੀਕ ਹੈ। ਮੈਂ ਰਹਿੰਦੀ ਕੀ ਹੈ ਬਾਘਾ ਪੁਰਾਣਾ ਪਈ ਹਾਂ। ਮੈਂ ਕੀ ਹੈ ਅੱਜ ਮੈਂ ਘਰੋਂ ਸਟਾਰਟ ਕੀਤਾ ਮੂਵ ਕਰਨਾ, ਅਤੇ ਮੈਂ ਐਂਡ ਸਕੂਲ 'ਤੇ ਪਹੁੰਚ ਗਈ, ਠੀਕ ਹੈ। ਹੁਣ ਜਿਹੜਾ ਡਿਸਟੈਂਸ ਹੈ ਬਿਟਵੀਨ ਬਾਘਾ ਪੁਰਾਣਾ ਐਂਡ ਮੋਗਾ, ਇਹ ਡਿਸਟੈਂਸ ਨੂੰ ਮੈਂ ਕੀ ਸੈਂਟੀਮੀਟਰ 'ਚ ਮੈਜਰ ਕਰ ਲੂੰਗੀ, ਨਹੀਂ ਨਾ। ਇਹ ਡਿਸਟੈਂਸ ਨੂੰ ਮੈਨੂੰ ਕੀ ਹੈ ਕੁਛ ਲਾਰਜਰ ਯੂਨਿਟ ਯੂਜ਼ ਕਰਨੀ ਪੈਣੀ ਹੈ, ਮੈਨੂੰ ਕਿਲੋਮੀਟਰ ਯੂਜ਼ ਕਰਨਾ ਪੈਣਾ ਕਿ ਬਾਘਾ ਪੁਰਾਣਾ ਮੋਗਾ ਜਾਣ ਲਈ ਮੈਨੂੰ ਇੰਨੇ ਕਿਲੋਮੀਟਰ ਜਾਣਾ ਪਿਆ, ਹੈ ਨਾ। ਜੇ ਮੈਂ ਮੰਨ ਲਓ ਇੱਕ ਮੈਂ ਆ ਰਹਿ ਰਹੀ ਹਾਂ, ਮੇਰਾ ਹਾਊਸ ਇੱਥੇ ਹੈ, ਅਤੇ ਬਿਲਕੁਲ ਮੇਰੇ ਨਾਲ ਦੀ ਫਰੈਂਡ ਦਾ ਹਾਊਸ ਇੱਥੇ ਹੈ, ਬਸ ਬਿਲਕੁਲ ਨੇੜੇ ਅਸੀਂ ਨੇਬਰਸ ਹੈ, ਉੱਥੇ ਮੈਂ ਕਿਲੋਮੀਟਰ ਯੂਜ਼ ਕਰੂੰਗੀ, ਨਹੀਂ, ਉੱਥੇ ਤਾਂ ਮੈਂ ਉੱਥੇ ਮੈਂ ਮੀਟਰ ਯੂਜ਼ ਕਰ ਲੂੰਗੀ, ਠੀਕ ਹੈ। ਤਾਂ ਜਦੋਂ ਤਾਂ ਆਪਾਂ ਲਾਰਜਰ ਮੈਜਰਮੈਂਟ ਲਈ ਯੂਜ਼ ਕਰਨਾ, ਜਦੋਂ ਆਪਾਂ ਲਾਰਜਰ ਕੁਆਂਟੀਟੀਜ਼ ਲਈ ਵੇਖਣਾ, ਉਦੋਂ ਆਪਾਂ ਮਲਟੀਪਲਸ ਆਫ ਯੂਨਿਟ ਵਰਤਦੇ ਹਾਂ। ਮਲਟੀਪਲ ਜਿਵੇਂ ਮੀਟਰ ਵੀ ਵਰਤ ਸਕਦੇ ਹਾਂ, ਮਤਲਬ ਮੀਟਰ ਨਹੀਂ ਵਰਤ ਸਕਦੇ ਆਪਾਂ, ਕਿਲੋਮੀਟਰ ਵਰਤ ਸਕਦੇ ਹਾਂ, ਜਾਂ ਆਪਾਂ ਕਿਲੋਗ੍ਰਾਮ। ਮੰਨ ਲਓ ਇਹ ਪੂਰਾ ਬਹੁਤ ਹੈਵੀ ਹੈ ਕੋਈ ਚੀਜ਼, ਮੰਨ ਲਓ ਮੈਂ ਪੂਰੇ ਆਪਦਾ ਹਾਊਸ ਦਾ ਮਾਸ ਮੈਜਰ ਕਰਨਾ, ਹੁਣ ਜੇ ਮੈਂ ਕਹਾਂ ਕਿ ਮੇਰਾ ਹਾਊਸ ਦਾ ਮਾਸ ਮੀਟਰਾਂ 'ਚ ਹੈ ਤਾਂ ਗਲਤ ਹੋ ਜਾਊਗਾ ਨਾ, ਠੀਕ ਹੈ। ਸੌਰੀ, ਗ੍ਰਾਮ ਵਿੱਚ ਹੈ, ਮੇਰੇ ਹਾਊਸ ਦਾ ਮਾਸ ਕੀ ਹੈ ਗ੍ਰਾਮ 'ਚ ਹੈ, ਗ੍ਰਾਮ 'ਚ ਥੋੜ੍ਹੀ ਹੋਊਗਾ, ਤਾਂ ਪੂਰਾ ਬਹੁਤ ਵੱਡਾ ਹੋਊਗਾ, ਮੈਟ੍ਰਿਕ ਟਨਸ ਵਿੱਚ ਹੋਊਗਾ। ਤਾਂ ਇਸ ਕਰਕੇ ਕੀ ਹੈ, ਜਦੋਂ ਆਪਾਂ ਲਾਰਜਰ ਮੈਜਰਮੈਂਟ, ਲਾਰਜਰ ਕੁਆਂਟੀਟੀਜ਼ ਯੂਜ਼ ਕਰ ਰਹੇ ਹਾਂ ਤਾਂ ਮਲਟੀਪਲ ਯੂਜ਼ ਕਰਨਾ, ਜਿਵੇਂ ਕਿ ਕਿਲੋਮੀਟਰ, ਕਿਲੋਗ੍ਰਾਮ ਜਾਂ ਆਰਸ, ਠੀਕ ਹੈ। ਇਹ ਲਾਰਜਰ ਯੂਨਿਟਸ ਹੈ। ਅਤੇ ਉੱਦਾਂ ਦੇ ਯੂਨਿਟਸ ਜਿਹੜੇ ਆਪਾਂ ਸਮੋਲਰ ਕੁਆਂਟੀਟੀਜ਼ ਲਈ ਯੂਜ਼ ਕਰਦੇ ਹਾਂ, ਉਹਨਾਂ ਨੂੰ ਆਪਾਂ ਬੋਲਦੇ ਹਾਂ ਸਬ ਮਲਟੀਪਲਸ, ਜਿਵੇਂ ਮੀਟਰ, ਸੈਂਟੀਮੀਟਰ ਜਾਂ ਮਿਲੀਮੀਟਰ ਜਾਂ ਗ੍ਰਾਮ, ਠੀਕ ਹੈ, ਜਾਂ ਸੈਕਿੰਡ। ਇਹਨਾਂ ਸਾਰਿਆਂ ਨੂੰ ਆਪਾਂ ਕੀ ਬੋਲਦੇ ਹਾਂ ਸਬ ਮਲਟੀਪਲਸ, ਜੋ ਸਮੋਲਰ ਕੁਆਂਟੀਟੀਜ਼ ਲਈ ਯੂਜ਼ ਹੁੰਦੇ ਆ। ਨੈਕਸਟ ਆ ਗਿਆ ਆਪਣੇ ਕੋਲ ਸਾਇੰਟੀਫਿਕ ਸਿਸਟਮ ਆਫ ਯੂਨਿਟਸ। ਜਿਵੇਂ ਆਪਾਂ ਪੜ੍ਹਿਆ ਸੀਗਾ SI ਸਿਸਟਮ ਆਫ ਯੂਨਿਟ, SI ਸਿਸਟਮ ਆਫ ਯੂਨਿਟ ਵਿੱਚ ਆਪਾਂ ਲੈਂਥ ਨੂੰ ਲੈਂਦੇ ਸੀਗੇ ਮੀਟਰ ਵਿੱਚ, ਮਾਸ ਨੂੰ ਲੈਂਦੇ ਸੀ ਆਪਾਂ ਕਿਲੋਗ੍ਰਾਮ ਵਿੱਚ, ਟਾਈਮ ਨੂੰ ਲੈਂਦੇ ਆਪਾਂ ਸੈਕਿੰਡ ਵਿੱਚ, ਅਤੇ ਟੈਂਪਰੇਚਰ ਨੂੰ ਲੈਂਦੇ ਆਪਾਂ ਕੈਲਵਿਨ 'ਚ। ਇਹ ਆਪਾਂ ਪੜ੍ਹਿਆ ਸੀ ਸਟੈਂਡਰਡ ਇੰਟਰਨੈਸ਼ਨਲ ਯੂਨਿਟ ਵਿੱਚ, ਸਟੈਂਡਰਡ ਕੁਆਂਟੀਟੀਜ਼। ਬਟ ਸਟੈਂਡਰਡ ਕੁਆਂਟੀਟੀਜ਼ ਤੋਂ ਇਲਾਵਾ ਵੀ ਕਾਫੀ ਸਿਸਟਮ ਹੁੰਦੇ ਆ, ਜਿਵੇਂ FPS ਸਿਸਟਮ, CGS ਸਿਸਟਮ। ਇਹਦੇ ਵਿੱਚ ਕੀ ਕਰਦੇ ਹਾਂ ਆਪਾਂ FPS, ਦੇਖੋ ਧਿਆਨ ਨਾਲ, FPS ਸਿਸਟਮ 'ਚ ਕੀ ਹੁੰਦਾ ਹੈ, FPS ਵਿੱਚ ਜਿਹੜਾ ਮਾਸ ਹੈ ਉਹ ਜਿਹੜਾ ਆਪਣਾ ਹੈਗਾ ਲੈਂਥ ਹੈ ਉਹ ਆਪਾਂ ਫੁੱਟ ਵਿੱਚ ਲੈਂਦੇ ਹਾਂ, ਮਾਸ ਹੈ ਜਿਹੜਾ ਆਪਾਂ ਪਾਊਂਡ ਵਿੱਚ ਲੈਂਦੇ ਹਾਂ, ਅਤੇ ਜਿਹੜਾ ਟਾਈਮ ਆ ਉਹ ਆਪਾਂ ਸੈਕਿੰਡ ਵਿੱਚ ਲੈਂਦੇ ਹਾਂ। ਸਿਮਿਲਰਲੀ ਜਿਵੇਂ CGS ਸਿਸਟਮ ਹੈ, ਵੈਸੇ ਪੇਪਰ 'ਚ ਆਪਾਂ ਨੂੰ ਜ਼ਿਆਦਾਤਰ SI ਸਿਸਟਮ ਪੁੱਛਦੇ ਆ ਅਤੇ CGS ਸਿਸਟਮ ਪੁੱਛਦੇ ਆ, FPS MKS ਇੰਨਾ ਨਹੀਂ ਪੁੱਛਦੇ ਹੁੰਦੇ, ਠੀਕ ਹੈ। CGS ਵਿੱਚ ਆਪਾਂ ਲੈਂਥ ਲੈਣੀ ਹੈ ਸੈਂਟੀਮੀਟਰ 'ਚ, ਮਾਸ ਲੈਣਾ ਆਪਾਂ ਗ੍ਰਾਮ ਵਿੱਚ, ਅਤੇ ਟਾਈਮ ਲੈਣਾ ਆਪਾਂ ਸੈਕਿੰਡ ਵਿੱਚ, ਠੀਕ ਹੈ। ਇੱਕ ਆਪਣੇ ਕੋਲ ਹੁੰਦਾ MKS ਸਿਸਟਮ। MKS ਸਿਸਟਮ ਦਾ ਮਤਲਬ ਕੀ ਹੈ, ਦੇਖੋ ਧਿਆਨ ਨਾਲ, MKS ਮਾਸ, ਲੈਂਥ ਲੈਣੀ ਆਪਾਂ ਮੀਟਰ 'ਚ, ਮਾਸ ਲੈਣਾ ਆਪਾਂ ਕਿਲੋਗ੍ਰਾਮ 'ਚ, ਅਤੇ ਟਾਈਮ ਲੈਣਾ ਆਪਾਂ ਸੈਕਿੰਡ। ਇਹ ਹੁੰਦਾ ਆਪਣੇ ਕੋਲ MKS ਸਿਸਟਮ। ਤਾਂ ਟੋਟਲ ਆਪਣੇ ਕੋਲ ਮਤਲਬ 4 ਸਿਸਟਮ ਬਣ ਗਏ,
ਕਿਹੜੇ फोर सिस्टम बन गए ध्यान नाल देखो। SI सिस्टम ज़्यादातर पेपर विच पुछदे है। CGS सिस्टम ये भी काफ़ी इंपॉर्टेंट पुछदे है। FPS ये इन्ना ज़्यादा इंपॉर्टेंट नहीं पुछदे। एक आ गया अपने कोल MKS, ठीक है। ये अपने कोल 4 हैगियां, इन्हां विचों फर्स्ट 2 आपां मेन लर्न रखनियां हुंदियां, ठीक है। नैक्सट आ गया अपने कोल मैजरमेंट ऑफ लेंथ। लेंथ की है डिस्टेंस बिटवीन द 2 पॉइंट्स। जो आप 2 पॉइंट्स के विचकार आ 2 पॉइंट्स के विचकार आप डिस्टेंस मैजर करते हैं तो डिस्टेंस की हुंदा वो एक लेंथ होंदी है। लेंथ की जी SI यूनिट है, आप SI किया स्टैंडर्ड यूनिट्स किया, लेंथ में आप मीटर में मैजर करना होंगे, ठीक है। तो आप मान लो किसी भी कोई चीज़ का लेंथ मैजर करनी है तो लेंथ में हमेशा आप मीटर में मैजर करांगे। अगर आप लेंथ अपनी बहुत दूर है कि इत्थे मेरा होम है, इत्थे मेरा स्कूल है, जी आ मैं लेंथ मैजर करनी है तो मैंने किलोमीटर यूज़ करना पैना है। तो किलोमीटर मल्टीपल है। जे मैं बहुत छोटी मेरे को मान लो कला मीटर ही है तो सब मल्टीपल है, या बहुत छोटे छोटे आप चीज़ यूज़ कर रहे हैं तो एक ही होंगी अपने को लेंथ, ठीक है। जिवें ये अपने कोल हैगे डिफरेंट यूनिट्स ऑफ लेंथ, जिवें मिलीमीटर, सेंटीमीटर, मीटर, ये तीनों अपने कोल की आ जाएंगे सब मल्टीपल्स। ये तो बाद वाले सारे अपने को किहड़े आ जाएंगे मल्टीपल्स, ठीक है। इंच ते फुट भी वैसे मतलब की है एक सब मल्टीपल्स है, किलोमीटर अपने को मल्टीपल आ जाऊगा, ठीक है। नैक्सट आ गया अपने को मल्टीपल्स एंड सब मल्टीपल्स ऑफ यूनिट्स। ਇਹਦੇ ਵਿੱਚ ਕੀ ਹੈ SI यूनिट अपनी ਲੈਂਥ ਦੀ ਮੀਟਰ ਹੁੰਦੀ ਹੈ। SI यूनिट ਤੋਂ ਇਲਾਵਾ ਵੀ ਆਪਣੇ ਕੋਲ ਕਾਫੀ ਯੂਨਿਟਸ ਹੁੰਦੀਆਂ ਜਿਵੇਂ ਕਿ ਮਿਲੀਮੀਟਰ, ਸੈਂਟੀਮੀਟਰ, ਡੈਸੀਮੀਟਰ, ਇਹਨਾਂ ਸਾਰਿਆਂ 'ਚ ਆਪਾਂ ਨੂੰ ਰਿਲੇਸ਼ਨ ਲਰਨ ਰੱਖਣੇ ਪੈਣੇ ਆ। ਪੇਪਰ ਵਿੱਚ ਇੱਦਾਂ ਆ ਜਾਂਦਾ ਹੁੰਦਾ ਹੈ ਕਿ 10 ਮਿਲੀਮੀਟਰ ਇਜ਼ ਇਕੁਅਲਸ ਟੂ ਡੈਸ਼ ਸੈਂਟੀਮੀਟਰ, ਤਾਂ ਤੁਸੀਂ ਇੱਥੇ 1 ਪੁੱਟ ਕਰਨਾ ਹੈ। ਤਾਂ ਸਾਰੇ ਰਿਲੇਸ਼ਨਸ ਕੇ ਤੁਹਾਨੂੰ ਲਰਨ ਰੱਖਣੇ ਪੈਣਗੇ, ਠੀਕ ਹੈ। ਨੈਕਸਟ ਆ ਗਿਆ ਮਾਰਕਿੰਗ ਔਨ ਰੂਲਰ ਔਰ ਟੇਪ। ਵੀ ਆਪਾਂ ਕਿਹੜਾ ਇੰਸਟਰੂਮੈਂਟ ਯੂਜ਼ ਕਰਦੇ ਹਾਂ ਲੈਂਥ ਨੂੰ ਮੈਜਰ ਕਰਨ ਲਈ। ਤਾਂ ਸਭ ਤੋਂ ਫਸਟ ਇੰਸਟਰੂਮੈਂਟ ਆਪਣੇ ਕੋਲ ਰੂਲਰ। ਰੂਲਰ ਮਤਲਬ ਜਿਹੜਾ ਆਪਾਂ ਸਕੇਲ ਯੂਜ਼ ਕਰਦੇ ਹਾਂ, ਆਮ ਆਪਣੀ ਜਿਮੈਟਰੀ ਬਾਕਸ ਵਿੱਚ ਸਕੇਲ ਯੂਜ਼ ਕਰਦੇ ਹਾਂ। ਤਾਂ ਉਹ ਸਕੇਲ ਕੀ ਹੈ ਵਨ ਸਾਈਡ 'ਤੇ ਉਹ ਸੈਂਟੀਮੀਟਰਸ ਨਾਲ ਮਾਰਕਡ ਹੁੰਦਾ ਹੈ, ਅਦਰ ਸਾਈਡ 'ਤੇ ਕੀ ਉਹ ਇੰਚ ਨਾਲ ਮਾਰਕ ਹੁੰਦਾ, ਠੀਕ ਹੈ। ਇੱਕ ਸਾਈਡ ਉਹ ਸੈਂਟੀਮੀਟਰ ਹੁੰਦਾ, ਇੱਕ ਸਾਈਡ ਉਹ ਇੰਚ ਵਾਲਾ ਹੁੰਦਾ। ਜਿਹੜੇ ਸੈਂਟੀਮੀਟਰ ਲਾਈਨ ਵਾਲੇ ਹੋਣਗੇ ਉਹ ਆਪਾਂ ਨੂੰ ਕੀ ਹੈ ਬਿਗਰ ਲਾਈਨਸ ਹੋਣਗੀਆਂ ਅਤੇ ਉਹ 10 ਇਕੁਅਲ ਪਾਰਟਸ ਵਿੱਚ ਹੋਣਗੀਆਂ। ਆਹ ਵਾਲੀਆਂ ਇਹ 10 ਇਕੁਅਲ ਪਾਰਟਸ ਵਿੱਚ ਹੈ। ये सारे किहड़े अपने कोल सेंटीमीटर वाले। तो बट जिहड़े होणगे हरेक जिहड़ी लाइन होऊगी 10 इक्वल्स होणगी उन्हां नूं आपां मिलीमीटर्स कहने आ। सेंटीमीटर विच 0 तो 1 विचकार छोटे छोटे 10 लाइनस है, छोटे छोटे 10 लाइनस मतलब है मिलीमीटर्स है, ठीक है। तो अपने की है जिहड़े आपां साइंस लैबोरेटरी विच यूज़ करते हैं यही मीटर स्केल, इहदे कोल की है 100 सेंटीमीटर मेन तक हुंदा है। ये 0 तो लैके 100 सेंटीमीटर तक भी आपां यूज़ कर सकते हैं, ठीक है। नैक्सट आ गया अपने कोल मैजरिंग टेप। मैजरिंग टेप भी आप यूज़ करते हैं बहुत सारे लेंथ यूज़ मतलब फाइंड आउट करने, जिवें टेलर यूज़ करते हैं। टेलर इदां दा इंची टेप यूज़ करते हैं ना, उस इंची टेप नाल की है वो किसी भी क्लॉथ दी या शर्ट दी या किसी भी चीज़ की लेंथ नूं मैजर करते हैं तो उस अकॉर्डिंग की उसनूं बना दिंदे हैं, ठीक है।